ਧੰਨ ਵਾਹਿਗੁਰੂ ਜੀਓ। ਗੌੜੀ ਤਿਹਰਵਾਂ ਫੁਰਮਾਨ ਤੇਰਾ ਸਿਰੈ ਉਪਰ, ਫਿਰ ਨਾ ਕਰਤ ਵਿਚਾਰ। ਤੁਹੀਂ ਦਰਿਆ ਤੁਹੀਂ ਕਰਿਆ, ਤੁਝੈ ਤੇ ਨਿਸਤਾਰ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਰਹਾਉ ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ। ਕਹਿ ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੇਂ ਮਾਰੂ। ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ। ਕਹਿ ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੇਂ ਮਾਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਸੱਜ ਕੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਬੜੇ ਸਤਿਕਾਰ ਪ੍ਰੇਮ ਸਹਿਤ ਸਰਵਣ ਕੀਤੇ ਹਨ। ਉਪਰੰਤ ਆਪ ਜੀ ਨੇ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸਰਵਣ ਕੀਤਾ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 338 ਉੱਪਰ ਸੁਭਾਏਮਾਨ ਹੈ। ਸ਼ਬਦ ਗੌੜੀ ਰਾਗ ਵਿੱਚ ਹੈ ਔਰ ਸਿਰਲੇਖ ਦੇ ਨਾਲ 13 ਅੰਕ ਹੈ। ਇਸ ਦਾ ਭਾਵ ਹੈ ਗੌੜੀ ਘਰ 13ਵਾਂ, ਸੁਰ ਅਤੇ ਤਾਲ ਨਾਲ ਸੰਬੰਧਿਤ ਇਸ ਨੂੰ 13ਵੇਂ ਘਰ ਵਿੱਚ ਗਾਇਆ ਜਾਣਾ ਹੈ। ਭਗਤ ਕਬੀਰ ਜੀ ਮਹਾਰਾਜ ਪ੍ਰੇਰਣਾ ਕਰਦੇ ਹਨ, ਹੇ ਮਨੁੱਖ, ਪਰਮੇਸ਼ਰ ਦੀ ਬੰਦਗੀ ਨੂੰ ਧਾਰਨ ਕਰ। ਇਖਤਿਆਰ ਦਾ ਮਤਲਬ ਹੈ ਇਖਤਿਆਰ ਰੱਖ, ਧਾਰਨ ਕਰ, ਗ੍ਰਹਿਣ ਕਰ, ਅਡਾਪਟ ਕਰ। ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਨੂੰ ਧਾਰਨ ਕਰ। ਬੰਦਗੀ ਦਾ ਅਰਥ ਹੈ ਰਜ਼ਾ ਵਿੱਚ ਰਾਜ਼ੀ ਰਹਿਣਾ। ਭਗਤੀ ਇਹ ਸ਼ਬਦ ਬੜੀ ਵਾਰ ਆਪਾਂ ਇਸ ਨੂੰ ਅਰਥ ਕਰਨ ਵਾਸਤੇ ਵਰਤਦੇ ਹਾਂ। ਭਗਤੀ ਕਰਨੀ, ਭਗਤੀ ਕਰਨ ਵਾਲੇ ਨੂੰ ਭਗਤ ਆਖਿਆ ਜਾਂਦਾ ਹੈ। ਸੇ ਭਗਤ ਸਤਿਗੁਰ ਮਨ ਭਾਏ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇਂ ਮੇਰੇ ਹਰ ਭਗਵੰਤਾ। ਭਗਤ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਸਮਰਪਿਤ ਹੋ ਕੇ ਪ੍ਰੇਮ ਨਾਲ ਮਾਲਕ ਦੇ ਦੱਸੇ ਹੋਏ ਰਾਹ ਦੇ ਉੱਤੇ ਤਰਦਾ ਹੈ, ਉਸ ਦੇ ਹੁਕਮ ਨੂੰ ਮੰਨਦਾ ਹੈ। ਹੁਕਮ ਨੂੰ ਮੰਨਦਿਆਂ ਹੋਇਆਂ ਉਜਰ ਨਹੀਂ ਕਰਦਾ। ਉਸ ਦੇ ਮਨ ਅੰਦਰ ਕੋਈ ਨਾ ਨੁਕਰ ਨਹੀਂ ਹੈ, ਕੋਈ ਸ਼ੰਕਾ ਨਹੀਂ ਹੈ, ਇੱਕ ਯਕੀਨ ਅਤੇ ਵਿਸ਼ਵਾਸ ਹੈ।
ਉਹ ਪੂਰਨ ਭਰੋਸਾ, ਯਕੀਨ ਅਤੇ ਵਿਸ਼ਵਾਸ ਰੱਖ ਕੇ ਸਮਰਪਣ ਭਾਵ ਦੇ ਨਾਲ ਪ੍ਰੇਮ ਵਸ ਹੋ ਕੇ ਕਾਰਜ ਕਰਦਾ ਹੈ, ਬੱਧਾ ਚੱਟੀ ਨਹੀਂ ਭਰਦਾ। ਐਸੀ ਮਨੋਦਸ਼ਾ ਵਾਲਾ ਹੀ ਭਗਤੀ ਕਰਨ ਦੀ ਤਾਕਤ ਰੱਖਦਾ ਹੈ, ਭਗਤੀ ਕਰਨ ਦਾ ਯਤਨ ਕਰ ਸਕਦਾ ਹੈ, ਔਰ ਉਹਦਾ ਇਹ ਯਤਨ ਸਫਲ ਹੁੰਦਾ ਹੈ, ਉਸੇ ਨੂੰ ਆਪਾਂ ਭਗਤ ਕਹਿੰਦੇ ਹਾਂ। ਅਜਿਹੀ ਬੰਦਗੀ ਨੂੰ, ਅਜਿਹੀ ਭਗਤੀ ਨੂੰ ਧਾਰਨ ਕਰਨ ਦੀ ਪ੍ਰੇਰਨਾ ਭਗਤ ਕਬੀਰ ਜੀ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਦਿੱਤੀ ਹੈ। ਗਰੀਬ ਨਵਾਜ਼ ਧੰਨ ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਦੀ ਪਾਵਨ ਬਾਣੀ ਵਿੱਚ ਇਹ ਬਚਨ ਦਰਜ ਕਰਦੇ ਹਨ, ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ। ਇੱਕ ਉਹ ਜੀਵਨ ਹਜ਼ੂਰ ਨੇ ਬਾਣੀ 'ਚ ਕਿਹਾ ਹੈ ਕਿ ਜਿਨ੍ਹਾਂ ਦਾ ਬਾਹਰੀ ਵਰਤਾਰਾ ਜਿਹੜਾ ਹੈ ਉਹ ਚੰਗਾ ਦਿਸਦਾ ਹੈ, ਪਰ ਮਨ ਕਰਕੇ ਉਹ ਸਾਫ਼ ਨਹੀਂ ਹਨ। ਇੱਥੇ ਮਹਾਰਾਜ ਨੇ ਦੂਸਰੇ ਜੀਵਨ ਦਾ ਜ਼ਿਕਰ ਕੀਤਾ। ਜਿਨ ਪਟ, ਪਟ ਰੇਸ਼ਮ ਨੂੰ ਕਹਿੰਦੇ ਨੇ, ਕੋਮਲ, ਮੁਲਾਇਮ, ਦਇਆ ਵਾਲੇ, ਪ੍ਰੇਮ ਵਾਲੇ, ਸਮਰਪਣ ਭਾਵ ਵਾਲੇ, ਰੱਬੀ ਗੁਣਾਂ ਨਾਲ ਸ਼ਰਸ਼ਾਰ ਭਰੇ ਹੋਏ, ਸਾਫ਼ ਸੁਥਰੀ ਸੁਰਤ ਵਾਲੇ, ਜਿਨ੍ਹਾਂ ਦਾ ਅੰਦਰ ਪਵਿੱਤਰ ਹੈ, ਪਾਕ ਹੈ, ਸ਼ੁਭ ਭਾਵਨਾ ਵਾਲੇ ਹਨ, ਚੰਗੇ ਇਰਾਦੇ ਵਾਲੇ ਹਨ, ਚੰਗੀ ਸੁਰਤ ਵਾਲੇ ਹਨ। ਬਾਹਰ ਗੁਦੜ, ਗੁਦੜ ਕਹਿੰਦੇ ਹਨ ਜਿਹੜਾ ਵੇਖਣ ਨੂੰ ਚੰਗਾ ਨਾ ਲੱਗੇ। ਇੱਕ ਮਨੁੱਖ ਨੇ ਪਹਿਰਾਵਾ ਇਹੋ ਜਿਹਾ ਪਾਇਆ ਹੋਵੇ ਜਿਸ ਤੋਂ ਅਸੀਂ ਦੂਰ ਜਾਣ ਦੀ ਕੋਸ਼ਿਸ਼ ਕਰੀਏ ਵੀ ਇਹਦਾ ਪਹਿਰਾਵਾ ਮੈਲਾ ਹੈ, ਫਟਿਆ ਪੁਰਾਣਾ ਹੈ, ਇਹ ਦੇਖਣ ਨੂੰ ਬੰਦਾ ਜਿਹੜਾ ਹੈ ਕੋਈ ਖਾਸ ਪਰਸਨੈਲਿਟੀ ਵਾਲਾ ਨਹੀਂ ਲੱਗਦਾ, ਗੁਦੜ ਧਾਰਨ ਕਰਨ ਵਾਲਾ। ਗਰੀਬ ਨਵਾਜ਼ ਕਹਿੰਦੇ ਜੇ ਉਹ ਮਨ ਦਾ ਰੇਸ਼ਮ ਵਰਗਾ ਹੈ ਤੇ ਬਾਹਰੋਂ ਭਾਵੇਂ ਉਹਦੀ ਦਿੱਖ ਵਧੀਆ ਨਾ ਵੀ ਲੱਗਦੀ ਹੋਵੇ ਤੇ ਭਲੇ ਸੰਸਾਰ, ਹਜ਼ੂਰ ਕਹਿੰਦੇ ਨੇ ਉਹ ਇਸ ਜਗਤ ਵਿੱਚ ਚੰਗੇ ਮਨੁੱਖ ਨੇ। ਭਲੇ ਦਾ ਅਰਥ ਹੈ ਚੰਗੇ। ਮੈਂ ਸਮਝਦਾ ਹਜ਼ੂਰ ਕਹਿੰਦੇ ਕਿ ਉਹ ਇਸ ਜਗਤ ਵਿੱਚ ਸਭ ਤੋਂ ਚੰਗੇ ਮਨੁੱਖ। ਮਹਾਰਾਜ ਨੂੰ ਪੁੱਛਿਆ ਹਜ਼ੂਰ ਕਿਉਂ? ਇੱਕ ਤੇ ਨਿਸ਼ਾਨੀ ਹਜ਼ੂਰ ਨੇ ਦੱਸ ਹੀ ਦਿੱਤੀ ਹੈ ਵੀ ਜਿਨ ਪਟ ਅੰਦਰ, ਉਹਨਾਂ ਦਾ ਮਨ ਰੇਸ਼ਮ ਵਰਗਾ ਸਾਫ਼ ਹੈ, ਮੁਲਾਇਮ ਹੈ, ਪ੍ਰੇਮ ਵਾਲਾ ਹੈ, ਦਇਆ ਵਾਲਾ ਹੈ, ਸਾਫ਼ ਤੇ ਪਾਕ ਹੈ, ਪਵਿੱਤਰ ਹੈ। ਹਜ਼ੂਰ ਕਹਿੰਦੇ ਤਿੰਨ ਨੇ ਲੱਗਾ ਰੱਬ ਸੇਤੀ। ਉਹਨਾਂ ਦਾ ਪ੍ਰੇਮ ਇੱਕ ਮਾਲਕ ਦੇ ਨਾਲ ਹੁੰਦਾ ਹੈ। ਮਾਲਕ ਨਾਲ ਪ੍ਰੇਮ ਦਾ ਅਰਥ ਹੈ ਵੀ ਉਹਨਾਂ ਦਾ ਪ੍ਰੇਮ ਸਵਾਰਥ ਤੋਂ ਪ੍ਰੇਰਿਤ ਨਹੀਂ ਹੁੰਦਾ। ਜਿਹਨੂੰ ਆਪਾਂ ਕਹਿੰਦੇ ਨਾ ਵੀ ਲਾਲਚ ਵਸ ਕਿਸੇ ਨਾਲ ਸੰਬੰਧ ਜੋੜਨਾ, ਵੀ ਜੇ ਤਾਂ ਲਾਲਚ ਪੂਰਾ ਹੋ ਰਿਹਾ ਤੇ ਸਾਂਝ ਪੱਕੀ ਨਿਭਦੀ ਤੁਰੀ ਜਾਏਗੀ, ਤੇ ਜਿੱਥੇ ਜਾ ਕੇ ਸਾਨੂੰ ਲੱਗੇ ਵੀ ਨਹੀਂ ਇੱਥੋਂ ਸਾਨੂੰ ਕੋਈ ਖੈਰ ਨਹੀਂ ਪੈ ਸਕਦੀ ਜਾਂ ਸਾਡਾ ਕੋਈ ਲਾਲਚ ਜਾਂ ਮਤਲਬ ਪੂਰਾ ਨਹੀਂ ਹੋ ਸਕਦਾ, ਉੱਥੇ ਸਾਂਝ ਬੜੀ ਛੇਤੀ ਟੁੱਟ ਜਾਂਦੀ, ਕਿਉਂਕਿ ਮਤਲਬ ਉੱਤੇ ਟਿਕੀ ਹੋਈ ਹੈ। ਉਹ ਅਸੀਂ ਸਾਰੇ ਸੰਸਾਰ ਦੀਆਂ ਸਾਂਝਾਂ ਨਿਭਾਉਂਦੇ, ਝੁਕਦੇ ਹਾਂ ਨਾ ਚਾਹੁੰਦਿਆਂ ਵੀ ਅਸੀਂ ਦੂਜੇ ਅੱਗੇ ਝੁਕਦੇ ਰਹਿੰਦੇ ਹਾਂ। ਇੱਕ ਕਾਰਨ ਹੁੰਦਾ ਹੈ ਸਾਡਾ ਲਾਲਚ ਤੇ ਦੂਜੀ ਵਜ੍ਹਾ ਹੁੰਦੀ ਹੈ ਸਾਡਾ ਡਰ। ਲਾਲਚ ਇਹ ਹੁੰਦਾ ਵੀ ਸ਼ਾਇਦ ਕੋਈ ਫਾਇਦਾ ਹੋ ਜਾਏ, ਤੇ ਡਰ ਇਹ ਹੁੰਦਾ ਵੀ ਜੇ ਫਾਇਦਾ ਨਾ ਵੀ ਹੋਏ ਤਾਂ ਉਲਟਾ ਬੰਦਾ ਨੁਕਸਾਨ ਹੀ ਨਾ ਕਰੇ ਕੋਈ, ਇਸ ਕਰਕੇ ਝੁਕਦੇ ਰਹੋ। ਆਤਮਾ ਨੂੰ ਮਾਰ ਕੇ ਬੰਦਾ ਝੁਕਦਾ ਰਹਿੰਦਾ। ਪਰ ਉੱਥੇ ਹਜ਼ੂਰ ਨੇ ਜਿਹੜਾ ਨੇ ਸ਼ਬਦ ਹੈ ਨਾ, ਨੇ ਨੂੰ ਡਿਫਾਈਨ ਕਰਦਿਆਂ ਹਜ਼ੂਰ ਨੇ ਕਿਹਾ ਜਾਂ ਲੱਭਤਾ ਨੇ, ਕਿਆ ਲੱਭਤਾ ਕੂੜਾ ਨੇ। ਸਾਂਝ ਹੈ ਤੇ ਠੀਕ ਹੈ, ਵਧੀਆ ਹੈ, ਬਿਨਾਂ ਸਵਾਰਥ ਤੇ ਮਤਲਬ ਤੋਂ ਪ੍ਰੇਮ ਵਸ ਸਾਂਝ ਹੈ। ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਤਰੇੜ ਨਹੀਂ ਹੈ, ਉਸ ਸਾਂਝ ਵਿੱਚ ਕੋਈ ਮਤਲਬ ਪ੍ਰਸਤੀ ਨਹੀਂ ਹੈ ਜਾਂ ਡਰ ਭੈ ਨਹੀਂ ਹੈ ਕੋਈ। ਉਹ ਨੇ ਜਿਹੜਾ ਹੈ ਉਹ ਪਾਕ ਸਾਫ਼ ਨੇ ਹੈ, ਸ਼ੁੱਧ ਪਾਵਨ ਪਵਿੱਤਰ ਪ੍ਰੇਮ ਹੈ। ਉਹਨਾਂ ਦਾ ਨੇ ਅਜਿਹਾ ਹੈ ਵਾਹਿਗੁਰੂ ਦੇ ਨਾਲ, ਨਾ ਉਹ ਬਦਲੇ ਵਿੱਚ ਕੁਝ ਮੰਗਦੇ ਨੇ ਤੇ ਨਾ ਕਿਸੇ ਨੁਕਸਾਨ ਤੋਂ ਡਰਦੇ ਨੇ। ਉਹ ਕਹਿੰਦੇ ਨੇ ਜਿੱਥੇ ਰੱਖਾਂ ਬੈਕੁੰਠ ਤੇ ਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀ। ਮੈਂ ਤੇਰੇ ਕੋਲੋਂ ਨਾ ਕੋਈ ਲਾਲਚ ਵਸ ਤੈਨੂੰ ਯਾਦ ਕਰਦਾ ਤੇ ਨਾ ਹੀ ਮੈਂ ਕਿਸੇ ਡਰ ਕਰਕੇ ਤੈਨੂੰ ਯਾਦ ਕਰਦਾ ਵੀ ਆਹ ਨਾ ਹੋ ਜਾਏ।
ਤੂੰ ਜਿੱਥੇ ਵੀ ਰੱਖਣਾ ਚਾਹੇ ਉੱਥੇ ਮੈਂ ਰਾਜ਼ੀ ਹਾਂ, ਕਿਉਂਕਿ ਮੇਰਾ ਨੇ ਤੇਰੇ ਨਾਲ, ਨੀ ਮਹੀਂਜਾ ਤਊ ਨਾਲ, ਵਿਆਹ ਨੇ ਕੁੜਾਵੇ ਡੇਖ। ਬਾਕੀ ਸਾਰੇ ਨੇ ਜਿਹੜੇ ਨੇ ਉਹ ਮੈਨੂੰ ਝੂਠੇ ਤੇ ਮਤਲਬ ਪ੍ਰਸਤ ਲੱਗਦੇ। ਇਸ ਵਾਸਤੇ ਜ਼ਰੂਰ ਕਹਿੰਦੇ ਨੇ, ਤਿੰਨ ਨੇ ਲੱਗਾ ਰੱਬ ਸੇਤੀ, ਦੇਖ ਨੇ ਵਿਚਾਰ। ਵਿਚਾਰ ਕੇ ਵੇਖੋ ਉਹਨਾਂ ਦਾ ਨੇ ਪਰਮੇਸ਼ਰ ਦੇ ਨਾਲ ਕਿਹੋ ਜਿਹਾ। ਹਜ਼ੂਰ ਨੂੰ ਪੁੱਛਿਆ ਮਹਾਰਾਜ ਦੀ ਕੋਈ ਨਿਸ਼ਾਨੀ ਕਿ ਉਹਨਾਂ ਦੇ ਨੇ ਨੂੰ ਜੇ ਅਸੀਂ, ਕਿਉਂਕਿ ਜਿਹੜਾ ਤਾਂ ਉਸ ਅਵਸਥਾ 'ਚ ਉਹ ਤਾਂ ਛੇਤੀ ਸਮਝੇਗਾ, ਪਰ ਸਾਨੂੰ ਕਿਵੇਂ ਸਮਝ ਪਏਗੀ। ਹਜ਼ੂਰ ਕਹਿੰਦੇ ਰੰਗ ਹੱਸੈਂ ਰੰਗ ਰੋਵੈਂ ਚੁੱਪ ਭੀ ਕਰ ਜਾ। ਰੰਗ ਦਾ ਅਰਥ ਹੈ ਪ੍ਰੇਮ ਵਿੱਚ, ਹੱਸਣ ਦਾ ਅਰਥ ਹੈ ਖੁਸ਼ੀ ਦਾ ਇਜ਼ਹਾਰ, ਤੇ ਰੋਣਾ ਆਪਾਂ ਦੁੱਖ ਨੂੰ ਕਹਿੰਦੇ ਹਾਂ। ਦੁੱਖ ਨੂੰ ਜਦੋਂ ਆਪਾਂ ਪ੍ਰਗਟ ਕਰਦੇ ਹਾਂ ਤਾਂ ਮੋਸਟਲੀ ਰੋਣ ਦੇ ਤਰੀਕੇ ਵਜੋਂ ਕਰਦੇ ਹਾਂ। ਇੱਕ ਦਰਦ ਅੰਦਰ ਹੋਵੇ ਤੇ ਉਹ ਰੋਣ ਦੇ ਰਾਹੀਂ ਸਾਡਾ ਹਾਵ ਭਾਵ ਜਿਹੜਾ ਹੈ ਉਹਦੇ ਰਾਹੀਂ ਪ੍ਰਗਟ ਹੋ। ਵੈਰਾਗ ਜਿਸ ਨੂੰ ਆਪਾਂ ਕਹਿੰਦੇ ਹਾਂ। ਤਾਂ ਇੱਥੇ ਹੱਸਣ ਦਾ ਮਤਲਬ ਹੈ ਖੁਸ਼ੀ, ਰੋਣ ਦਾ ਅਰਥ ਹੈ ਦੁੱਖ, ਰੰਗ ਦਾ ਅਰਥ ਹੈ ਪ੍ਰੇਮ। ਹਜ਼ੂਰ ਕਹਿੰਦੇ ਉਹ ਦੁੱਖ ਵੇਲੇ ਵੀ ਉਹਦੇ ਪ੍ਰੇਮ ਵਿੱਚ ਜੁੜੇ ਰਹਿੰਦੇ ਨੇ, ਉਲਾਂਭਾ ਕੋਈ ਨਹੀਂ ਦਿੰਦੇ, ਸ਼ਿਕਵਾ ਕੋਈ ਨਹੀਂ ਕਰਦੇ ਵੀ ਇਸ ਤਰ੍ਹਾਂ ਕਿਉਂ ਹੋਇਆ। ਉਹਨਾਂ ਨੂੰ ਕੋਈ ਸ਼ਿਕਵਾ ਨਹੀਂ। ਜੇ ਦੁੱਖ ਦੇ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਏ। ਜੇ ਕਿਸੇ ਵਕਤ ਉਹ ਐਸੇ ਹਾਲਾਤ ਵੀ ਬਣ ਜਾਣ ਵੀ ਮੈਂ ਭੁੱਖਾ ਰਹਿ ਲਵਾਂ ਨਾ, ਤੇ ਮੈਂ ਇਹ ਨਹੀਂ ਆਖਾਂਗਾ ਵੀ ਵਾਹਿਗੁਰੂ ਤੂੰ ਮੇਰੇ ਨਾਲ ਮਾੜਾ ਕੀਤਾ। ਮੈਂ ਤੇਰੇ ਅੱਗੇ ਇੱਕ ਅਰਦਾਸ ਜ਼ਰੂਰ ਕਰਾਂਗਾ ਵੀ ਮੈਨੂੰ ਭੁੱਖ ਵਿੱਚ ਵੀ ਅੰਦਰ ਦਾ ਰਜੇਵਾਂ ਤੇ ਸਬਰ ਬਖਸ਼ੀ। ਘੱਟੋ ਘੱਟ ਮੈਂ ਕਿਸੇ ਦਾ ਖੋ ਕੇ ਨਾ ਖਾਵਾਂ, ਥੋੜਾ ਖਾ ਲਵਾਂ, ਭੁੱਖਾ ਰਹਿ ਲਵਾਂ, ਇਹ ਗੱਲ ਵੱਖਰੀ ਹੈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਮੈਂ ਅੰਦਰੋਂ ਰੱਜਿਆ ਰਵਾਂ, ਅੰਦਰ ਭੁੱਖ ਨਾ ਪੈਦਾ ਹੋ ਜਾਏਗੀ। ਉਹ ਭੁੱਖ ਬੁਰੀ ਹੈ, ਬਾਹਰ ਦੀ ਭੁੱਖ ਤਾਂ ਕਿਸੇ ਵੀ ਤਰੀਕੇ ਨਾਲ ਥੋੜਾ ਬਹੁਤ ਐਸਾ ਵਕਤ ਆਇਆ ਤੇ ਬੰਦਾ ਔਖਾ ਸੌਖਾ ਲੰਘਾ ਲੈ। ਜੇ ਅੰਦਰ ਭੁੱਖ ਪੈਦਾ ਹੋ ਗਈ ਤੇ ਉਹ ਬੁਝਣੀ ਬੜੀ ਔਖੀ, ਉਹ ਨੁਕਸਾਨ ਕਰੇਗੀ। ਉਹ ਬੇਵਫਾਈ ਕਰਨ ਵਾਸਤੇ, ਬੇਭਰੋਸਗੀ ਕਰਨ ਵਾਸਤੇ ਮਜਬੂਰ ਕਰੇਗੀ, ਜ਼ੋਰ ਜ਼ੁਲਮ ਕਰਨ ਲਈ ਮਜਬੂਰ ਕਰੇਗੀ, ਉਹ ਲੁੱਟ ਖੋਹ ਤੇ ਪਰਾਇਆ ਹੱਕ ਮਾਰਨ ਲਈ ਮਜਬੂਰ ਕਰੇਗੀ। ਉਹ ਨਾ ਪੈਦਾ ਹੋਣ। ਅੰਦਰ ਦੀ ਤ੍ਰਿਪਤੀ ਬਖਸ਼ੀ ਭੁੱਖ ਵਿੱਚ। ਦੁੱਖ ਵਿੱਚ ਸੂਖ ਮਨਾਈ, ਦੁੱਖ ਵੀ ਹੋਵੇ ਤਾਂ ਮੈਂ ਤੇਰੀ ਰਜ਼ਾ ਨੂੰ ਮੰਨਾਂ, ਉਹਨੂੰ ਵੀ ਇਹ ਸਮਝਾ ਵੀ ਇਹ ਵੀ ਤੇਰੀ ਦਾਤ ਹੈ। ਅਜਿਹਾ ਮੈਨੂੰ ਜੀਵਨ ਬਖਸ਼ੀ। ਹਜ਼ੂਰ ਉਹਨੂੰ ਕਹਿੰਦੇ ਨੇ ਰੰਗ ਹੱਸੈਂ ਰੰਗ ਰੋਵੈਂ। ਉਹਦੇ ਪ੍ਰੇਮ ਵਿੱਚ ਹੀ ਖੁਸ਼ੀ ਨੂੰ ਤੇ ਪ੍ਰੇਮ ਵਿੱਚ ਹੀ ਦੁੱਖ ਨੂੰ ਹੰਢਾਉਂਦੇ। ਭਾਵ ਸੁੱਖ ਨੂੰ ਵੀ ਉਹਦੀ ਦਾਤ ਸਮਝਦੇ ਨੇ, ਦੁੱਖ ਨੂੰ ਵੀ ਉਹਦੀ ਦਾਤ ਸਮਝਦੇ। ਤੇ ਇਹਨਾਂ ਦੋਵਾਂ ਹਾਲਤਾਂ ਵਿੱਚ ਕਹਿੰਦੇ ਨੇ ਚੁੱਪ ਭੀ ਕਰ ਜਾਏ, ਸ਼ਾਂਤ ਰਹਿੰਦੇ। ਉਹ ਸੁੱਖ ਵੇਲੇ ਉਛਲ ਕੇ ਆਪਣੇ ਆਪ ਨੂੰ ਕ੍ਰੈਡਿਟ ਨਹੀਂ ਦਿੰਦੇ ਫਿਰਦੇ, ਆਪਣੀ ਹਉਮੈ ਦਾ ਵਿਖਾਵਾ ਨਹੀਂ ਕਰਦੇ ਫਿਰਦੇ, ਵੇਖਿਆ ਮੈਂ ਇੰਨਾ ਡਿਜ਼ਰਵ ਕਰਦਾ। ਤੇ ਦੁੱਖ ਵੇਲੇ ਉਹ ਉਲਾਂਭਾ ਨਹੀਂ ਦਿੰਦੇ ਫਿਰਦੇ, ਨਾ ਪਰਮੇਸ਼ਰ ਵਾਹਿਗੁਰੂ ਦੇ ਪ੍ਰਤੀ ਉਹਨਾਂ ਦੇ ਅੰਦਰ ਕੋਈ ਗਿਲਾ ਹੁੰਦਾ। ਉਹ ਕਹਿੰਦੇ ਨੇ ਠੀਕ ਹੈ, ਕੋਈ ਗੱਲ ਨਹੀਂ। ਇਹ ਵੀ ਇੱਕ ਟੇਸਟ ਹੈ ਜ਼ਿੰਦਗੀ ਦਾ, ਜਿਹਨੂੰ ਚਖਣਾ ਬਣਦਾ ਹੈ। ਜੋ ਹੈ ਤੇ ਉਹਨੂੰ ਮੰਨਣਾ ਚਾਹੀਦਾ। ਚੁੱਪ ਵੀ ਕਰ ਜਾ ਹੈ, ਸ਼ਾਂਤ ਰਹਿੰਦੇ। ਚੁੱਪ ਦਾ ਅਰਥ ਹੈ ਹਉਮੈ ਵਿੱਚ ਤੇ ਉਲਾਂਭੇ ਵਿੱਚ, ਦੋਵਾਂ ਤਰ੍ਹਾਂ ਦੇ ਆਵਾਜ਼ ਟੂਨ ਤੋਂ ਰਹਿਤ ਰਹਿੰਦੇ ਨੇ, ਸ਼ਾਂਤ। ਫਿਰ ਕਹਿੰਦੇ ਨੇ ਪਰਵਾਹ ਨਾਹੀਂ ਕਿਸੇ ਕੇਰੀ, ਬਾਝ ਸੱਚੇ ਨਾ। ਸੱਚੇ ਖਸਮ ਵਾਹਿਗੁਰੂ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਉਹ ਜਾਣਦੇ ਨੇ ਮਨੁੱਖ ਜਿਹੜਾ ਹੈ ਸੰਸਾਰ ਅੰਦਰ, ਉਹਦੀ ਇੱਕ ਲਿਮਿਟੇਸ਼ਨ ਹੈ, ਉਹਦਾ ਇੱਕ ਦਾਇਰਾ ਹੈ। ਉਹ ਜਿੰਨਾ ਕੁਝ ਕਰ ਸਕਦਾ ਆਪਣੇ ਦਾਇਰੇ 'ਚ ਹੀ ਕਰ ਸਕਦਾ। ਤੇ ਜਦੋਂ ਵਾਹਿਗੁਰੂ ਅਕਾਲ ਪੁਰਖ ਦਾ ਦਾਇਰਾ ਕੋਈ ਨਹੀਂ, ਉਹ ਏਡੀ ਵੱਡੀ ਸਮਰੱਥਾ ਤੇ ਕਲਾ ਦਾ ਮਾਲਕ ਹੈ, ਉਹਦੇ ਤੋਂ ਬਿਨਾਂ ਕਿਸੇ ਹੋਰ ਦੀ ਕੋਈ ਪਰਵਾਹ ਨਹੀਂ। ਜਿਨ੍ਹਾਂ ਨੇ ਦੁੱਖ ਤੇ ਸੁੱਖ ਨੂੰ ਦੀ ਰਜ਼ਾ ਮੰਨ ਲਿਆ ਹੋਵੇ, ਦੁੱਖ ਸੁੱਖ ਤੇਰੀ ਆਗਿਆ ਪਿਆਰੇ, ਉਹ ਫਿਰ ਕਿਸੇ ਅੱਗੇ ਨਿਉਣਗੇ ਕਿਉਂ, ਜਦੋਂ ਉਹਨਾਂ ਨੂੰ ਡਰ ਹੀ ਕੋਈ ਨਹੀਂ। ਦੁੱਖ ਦਾ ਹੀ ਤੇ ਡਰ ਹੁੰਦਾ ਹੈ ਤੇ ਸੁੱਖ ਦਾ ਹੀ ਲਾਲਚ ਹੁੰਦਾ ਹੈ।
ਜਿੱਥੇ ਡਰ ਤੇ ਲਾਲਚ ਦੋਵੇਂ ਤਸੀਰਾਂ ਹੀ ਅੰਦਰ ਨਹੀਂ ਹਨ, ਦੋਵੇਂ ਸੁਭਾਅ ਹੀ ਅੰਦਰ ਨਹੀਂ ਹਨ, ਇਹ ਝੁਕਣਾ ਕਾਹਦੇ ਲਈ ਹੋਇਆ? ਇਸ ਵਾਸਤੇ ਜ਼ਰੂਰ ਕਹਿੰਦੇ ਨੇ, ਚੁੱਪ ਭੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਉਸ ਜੀਵਨ ਨੂੰ ਹਜ਼ੂਰ ਕਹਿੰਦੇ ਨੇ ਇਬਾਦਤ। ਕਿਉਂਕਿ ਇਹ ਪੰਕਤੀਆਂ ਮੈਂ ਇਸ ਕਰਕੇ ਸਾਂਝੀਆਂ ਕੀਤੀਆਂ ਨੇ, ਇਹਨਾਂ ਦੀ ਵਿਆਖਿਆ ਭਗਤ ਕਬੀਰ ਸਾਹਿਬ ਮਹਾਰਾਜ ਨੇ ਪਹਿਲੇ ਬੰਦ ਵਿੱਚ ਵੀ ਇਹੋ ਹੀ ਖਿਆਲ ਦਰਜ ਕੀਤਾ। ਤੋ ਰਹਾਉ ਦੇ ਬੰਦ ਵਿੱਚ ਉਹ ਕਹਿੰਦੇ ਨੇ, ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕਿ ਪਿਆਰ। ਸਾਹਿਬ ਦਾ ਭਾਵੇਂ ਤੇਰੇ ਉੱਤੇ ਰੋਸਾ ਹੋਵੇ, ਚਾਹੇ ਪਿਆਰ ਹੋਵੇ, ਪਰ ਜਿਸ ਮਾਲਕ ਨਾਲ ਸਨੇਹ ਹੈ ਉਹਦਾ ਰੋਸ ਕਰਨਾ ਵੀ ਤੇਰੇ ਤੇ ਵਾਜਬ ਹੈ, ਕਿਉਂਕਿ ਉਹਦੇ ਰੋਸ ਵਿੱਚ ਵੀ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਬਖਸ਼ੇ ਤਾਂ ਗੁਰ ਵਡਿਆ। ਚੇਤੇ ਵਿੱਚ ਰੱਖਣਾ, ਇੱਕ ਝਿੜਕ ਹੁੰਦੀ ਹੈ ਈਗੋ ਵਿੱਚ, ਹਉਮੈ ਵਿੱਚ, ਪਰਾਏਪਨ ਵਿੱਚੋਂ ਨਿਕਲਦੀ ਹੈ ਉਹ। ਤੇ ਜਿਸ ਨੂੰ ਸਮਰਪਿਤ ਹੋ ਕੇ ਕੋਈ ਚੱਲੇ, ਉਹਦੀ ਝਿੜਕ ਵਿੱਚ ਨਾ ਹਉਮੈ ਹੁੰਦੀ ਹੈ, ਨਾ ਈਗੋ ਹੁੰਦੀ ਹੈ, ਨਾ ਪਰਾਇਆਪਨ ਹੁੰਦਾ। ਇਸ ਗੱਲ ਨੂੰ ਅਸੀਂ ਜੇ ਆਪਣੇ ਜੀਵਨ 'ਚੋਂ ਪਰਖਣਾ ਹੋਵੇ, ਕਿਸੇ ਹੋਰ ਦਾ ਬੱਚਾ ਸਾਡੇ ਘਰ ਦੀ ਚੀਜ਼ ਨਾਲ ਕਿਸੇ ਨਾਲ ਛੇੜਛਾੜ ਕਰਦਾ ਹੋਵੇ, ਜਿਹਦੀ ਮਨਾਹੀ ਹੈ ਉਹਨੂੰ, ਜਾਂ ਐਸੀ ਹਰਕਤ ਕਰਦਾ ਹੋਵੇ, ਤੇ ਉਹਨੂੰ ਝਿੜਕਣ ਦਾ ਅੰਦਾਜ਼ ਕਈ ਵਾਰ ਸਾਡਾ ਹੋਰ ਹੁੰਦਾ। ਆਪਣੇ ਬੱਚੇ ਨੂੰ ਝਿੜਕਣ ਦਾ ਅੰਦਾਜ਼ ਸਾਡਾ ਬਿਲਕੁਲ ਹੋਰ ਹੁੰਦਾ। ਸ਼ਬਦ ਉਹ ਹੋ ਸਕਦੇ ਨੇ, ਹੋ ਸਕਦਾ ਸਾਡੇ ਚਿਹਰੇ ਤੋਂ ਹਾਵ ਭਾਵ ਵੀ ਮਾੜੇ ਨਾ ਦਿਸਣ ਕਿਸੇ ਦੂਜੇ ਦੇ ਬੱਚੇ ਨੂੰ ਝਿੜਕਦਿਆਂ, ਪਰ ਫੀਲਿੰਗ ਅੰਦਰ ਇਹ ਹੁੰਦੀ ਹੈ ਵੀ ਇਹ ਸਾਡਾ ਨੁਕਸਾਨ ਨਾ ਕਰ ਜਾਏ, ਇਹ ਆਰਾਮ ਨਾਲ ਕਿਉਂ ਨਹੀਂ ਬੈਠਦਾ, ਇਹਨੂੰ ਨਾਲ ਲਿਆਂਦਾ ਹੀ। ਕਈ ਕਿਸਮ ਦੀਆਂ ਗੱਲਾਂ ਹੋ ਸਕਦੀਆਂ। ਸਾਡੇ ਅੰਦਰ ਜਿਹੜੀ ਫੀਲਿੰਗ ਹੈ, ਜਿਹੜਾ ਜਜ਼ਬਾਤ ਹੈ ਉਸ ਵੇਲੇ, ਜਿਹੜੀ ਭਾਵਨਾ ਉਸ ਵੇਲੇ, ਉਹਦੇ ਵਿੱਚ ਬਚਾਓ ਦੀ ਭਾਵਨਾ ਜ਼ਿਆਦੀ, ਉਸ ਬੱਚੇ ਦੇ ਸੁਧਾਰ ਦੀ ਭਾਵਨਾ ਘੱਟ ਹੈ। ਉਹਨੂੰ ਅਸੀਂ ਝਿੜਕਦੇ ਹਾਂ ਇਸ ਕਰਕੇ ਵੀ ਇਹ ਨੁਕਸਾਨ ਨਾ ਕਰੇ ਸਾਡਾ ਕਿਤੇ, ਇਸ ਕਰਕੇ ਨਹੀਂ ਕਰਦੇ ਵੀ ਇਹ ਸੁਧਰ ਜਾਏ। ਤੇ ਜ਼ਿੰਦਗੀ 'ਚ ਅਸੀਂ ਕਹਿੰਦੇ ਜਿਹੜਾ ਅੱਧਾ ਘੰਟਾ ਇਹਨੇ ਸਾਡੇ ਘਰਾਂ ਘੱਟੋ ਘੱਟ ਆਰਾਮ ਨਾਲ ਕੱਢ ਲੈ, ਬਾਹਰ ਜਾ ਕੇ ਜੋ ਮਰਜ਼ੀ ਕਰਦਾ ਰਹੇ, ਆਪਦੇ ਘਰੇ ਜੋ ਮਰਜ਼ੀ ਨੁਕਸਾਨ ਕਰੇ, ਸਾਨੂੰ ਕੋਈ ਪ੍ਰੋਬਲਮ ਨਹੀਂ, ਕਿਉਂਕਿ ਉਹਦਾ ਘਰ ਹੈ। ਪਰ ਆਪਣੇ ਬੱਚੇ ਨੂੰ ਅਸੀਂ ਜਦੋਂ ਝਿੜਕਦੇ ਹਾਂ ਤਾਂ ਉਹ ਇਸ ਕਰਕੇ ਨਹੀਂ ਝਿੜਕਦੇ ਵੀ ਅੱਧਾ ਘੰਟਾ ਇੱਥੇ ਔਖਾ ਸੌਖਾ ਕੱਢ ਲੈ, ਬਾਹਰ ਜੋ ਮਰਜ਼ੀ। ਅਸੀਂ ਸਾਡੇ ਅੰਦਰ ਉੱਥੇ ਭਾਵਨਾ ਫੀਲਿੰਗ ਹੁੰਦੀ ਹੈ ਕਿ ਇਹ ਜ਼ਿੰਦਗੀ 'ਚ ਬਾਅਦ ਵਿੱਚ ਕਦੇ ਖਤਾ ਨਾ ਖਾਏ। ਉਹ ਜਿਹੜੀ ਅਪਣੱਤ ਹੈ, ਉਹ ਬੇਗਾਨੇਪਨ 'ਚੋਂ ਝਿੜਕ ਨਹੀਂ ਨਿਕਲੀ, ਉਹ ਕਿਸੇ ਈਗੋ 'ਚੋਂ ਵੀ ਨਹੀਂ ਨਿਕਲੀ, ਉਹ ਨਿਕਲੀ ਅਪਣੱਤ 'ਚੋਂ। ਉਹਦੇ ਭਵਿੱਖ ਨੂੰ ਸਵਾਰਨ ਲਈ, ਉਹਨੂੰ ਮੰਦੀ ਆਦਤ ਤੋਂ ਵਰਜਣ ਲਈ, ਤਾਂ ਕਿ ਇਹ ਜ਼ਿੰਦਗੀ ਦੇ ਵਿੱਚ ਕਿਸੇ ਔਗਣ ਹੱਥੋਂ ਖਤਾ ਨਾ ਖਾਏ। ਪਰਮੇਸ਼ਰ ਦਾ, ਗੁਰੂ ਦਾ ਝਿੜਕਣਾ ਸਾਨੂੰ ਅਪਣੱਤ ਦਾ, ਤਾਂ ਹੀ ਹਜ਼ੂਰ ਨੇ ਕਿਹਾ ਉਹ ਮਿੱਠਾ ਲੱਗਦਾ, ਕਿਉਂਕਿ ਉਹਦੇ 'ਚ ਈਗੋ ਕੋਈ ਨਹੀਂ, ਅਪਣੱਤ ਹੈ, ਉਹਦੇ 'ਚ ਬੇਗਾਨਾ ਭਾਵ ਕੋਈ ਨਹੀਂ, ਅਪਣੱਤ ਹੈ। ਇਸ ਵਾਸਤੇ ਜ਼ਰੂਰ ਕਹਿੰਦੇ ਨੇ, ਬਖਸ਼ੇ ਤਾਂ ਗੁਰ ਵਡੇ। ਜੇ ਉਹ ਸ਼ਾਬਾਸ਼ ਦੇ ਦੇ ਕਿ ਤੂੰ ਚੰਗਾ ਕੀਤਾ, ਉਹਨੂੰ ਭਾ ਜਾਏ ਵੀ ਇਹਨੇ ਗਲਤੀ ਨਹੀਂ ਕੀਤੀ, ਠੀਕ ਹੈ, ਤਾਂ ਇਹ ਵੀ ਉਹਦੀ ਵਡਿਆਈ। ਮੈਂ ਉਹਦਾ ਵੀ ਕ੍ਰੈਡਿਟ ਖੁਦ ਨੂੰ ਨਹੀਂ ਦਿੰਦਾ। ਮੈਂ ਇਹ ਸਮਝਦਾ ਹਜ਼ੂਰ ਮੈਨੂੰ ਸਵਾਰਨ ਵਾਲੇ ਵੀ ਤੇ ਤੁਸੀਂ ਹੋ। ਜੇ ਮੈਂ ਕੋਈ ਚੰਗਾ ਕਾਰਜ ਕਰ ਸਕਿਆ ਤੇ ਇਹ ਵੀ ਤੁਹਾਡੀ ਬਖਸ਼ਿਸ਼ ਦਾ ਨਤੀਜਾ ਹੈ ਵੀ ਤੁਸੀਂ ਮੈਨੂੰ ਇੰਨਾ ਕੁ ਸਵਾਰ ਲਿਆ ਵੀ ਮੈਂ ਭੁੱਲ ਨਹੀਂ ਕੀਤੀ, ਮੈਂ ਖਤਾ ਨਹੀਂ ਕੀਤੀ। ਇਸ ਵਾਸਤੇ ਜ਼ਰੂਰ ਫਰਮਾਉਂਦੇ ਨੇ, ਫਰਮਾਨ ਤੇਰਾ ਸਿਰੇ ਉੱਪਰ, ਤੇਰਾ ਹੁਕਮ ਮੇਰੇ ਸਿਰ ਮੱਥੇ ਉੱਤੇ ਹੈ, ਮੇਰੇ ਸਿਰ ਉੱਤੇ ਹੈ, ਭਾਵ ਮੇਰੇ ਉੱਤੇ ਲਾਗੂ ਹੈ। ਫਿਰ ਨਾ ਕਰਤ ਵਿਚਾਰ, ਮੈਂ ਇਸ ਤੇ ਕੋਈ ਕਿੰਤੂ ਨਹੀਂ ਕਰਦਾ, ਕੋਈ ਆਬਜੈਕਸ਼ਨ ਨਹੀਂ ਕਰਦਾ। ਮੇਰੇ ਅੰਦਰ ਕਿਸੇ ਕਿਸਮ ਦੀ ਤੋਹਮਤਬਾਜ਼ੀ ਜਾਂ ਉਲਾਮਾਬਾਜ਼ੀ ਨਹੀਂ ਵੀ ਤੂੰ ਹੇ ਵਾਹਿਗੁਰੂ ਤੇਰੇ ਇਸ ਹੁਕਮ 'ਚ ਖਾਮੀ, ਇਹਦੇ 'ਚ ਖਾਮੀ, ਇਹ ਕਮਜ਼ੋਰੀ, ਮੈਂ ਨਹੀਂ ਕਹਿੰਦਾ। ਮੈਂ ਤਾਂ ਤੇਰੇ ਹੁਕਮ ਨੂੰ ਸਿਰ ਮੱਥੇ ਮੰਨਦਾ, ਕਿਉਂਕਿ ਮੈਂ ਸਮਝਦਾ ਤੇਰੇ ਹੁਕਮ ਦਾ ਵਰਤਾਰਾ ਹੀ ਕੁੱਲ ਕਾਇਨਾਤ ਵਿੱਚ ਲਾਗੂ ਹੈ। ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ, ਤੂੰ ਹੀ ਦਰਿਆ ਹੈ, ਤੂੰ ਹੀ ਕਰੀਆ। ਕਰੀਆ ਦਾ ਅਰਥ ਹੁੰਦਾ ਹੈ ਮਲਾਹ, ਜਿਹੜਾ ਬੇੜੀ ਨੂੰ ਚਲਾ ਕੇ ਯਾਤਰੂਆਂ ਨੂੰ ਦਰਿਆ ਤੋਂ ਪਾਰ ਕਰਦਾ। ਇਹ ਮੇਰੇ ਮਾਲਕ ਵਾਹਿਗੁਰੂ, ਦਰਿਆ ਵੀ ਤੂੰ ਹੈ,
ਜਗਤ ਦੀ ਸਿਰਜਣਾ ਵੀ ਤੂੰ ਹੈ, ਇਹਦੇ ਵਿੱਚ ਵੀ ਤੂੰ ਵਿਆਪਕ ਹੈ, ਤੇ ਕਿਸੇ ਡੁੱਬਦੇ ਨੂੰ ਕੱਢਣ ਦੀ ਤਾਕਤ ਰੱਖਣ ਵਾਲਾ ਵੀ ਤੂੰ ਹੈ। ਤੁਝੇ ਤੇ ਨਿਸਤਾਰ, ਸਾਡਾ ਨਿਸਤਾਰੇ ਦਾ ਸਾਧਨ ਵੀ ਤੂੰ ਹੈ, ਬੇੜੀ ਵੀ ਤੂੰ ਹੈ। ਯਾਨੀ ਕਿ ਹਰ ਜਗ੍ਹਾ ਤੇ ਤੂੰ ਆਪ ਹੀ ਆਪ ਮੌਜੂਦ ਹੈ। ਦਰਿਆ ਵੀ ਤੂੰ, ਮੜਾ ਵੀ ਤੂੰ, ਤੇ ਪਾਰ ਕਰਨ ਵਾਲਾ ਸਾਧਨ ਨਿਸਤਾਰਾ ਵੀ ਤੂੰ। ਫਿਰ ਅਖੀਰ ਤੇ ਆਖਦੇ ਨੇ, ਨਾਮ ਤੇਰਾ ਆਧਾਰ ਮੇਰਾ, ਤੇਰਾ ਨਾਮ, ਤੇਰੀ ਯਾਦ, ਤੇਰੀ ਇਬਾਦਤ ਮੇਰਾ ਆਧਾਰ। ਆਧਾਰ ਦਾ ਅਰਥ ਹੈ ਆਸਰਾ, ਬੇਸ, ਮੇਰੇ ਜੀਵਨ ਦਾ ਬੇਸ ਹੈ। ਮੈਂ ਜਿਹੜੀ ਇਬਾਦਤ, ਪ੍ਰੇਮ ਵਾਲੀ, ਬੰਦਗੀ ਵਾਲੀ ਜ਼ਿੰਦਗੀ ਜੀ ਰਿਹਾ, ਉਹਦੇ 'ਚ ਮੈਂ ਨੀਂਹ ਜਿਹੜੀ ਹੈ, ਬੇਸ ਜਿਹੜਾ ਹੈ, ਆਸਰਾ ਜਿਹੜਾ ਹੈ, ਉਹ ਤੇਰੇ ਨਾਮ, ਤੇਰੀ ਯਾਦ ਨੂੰ ਬਣਾਇਆ, ਤੇਰੇ ਹੁਕਮ ਵਿੱਚ ਰਾਜ਼ੀ ਰਹਿਣ ਨੂੰ ਬਣਾਇਆ, ਤੇਰੇ ਗੁਣਾਂ ਨੂੰ ਬਣਾਇਆ, ਤੇਰੇ ਵਜੂਦ ਨੂੰ ਮੁਹੱਬਤ ਕਰਨਾ, ਇਹ ਮੇਰਾ ਆਧਾਰ ਹੈ। ਜੇ ਮੈਨੂੰ ਤੇਰੇ ਵਜੂਦ ਨਾਲ ਮੁਹੱਬਤ ਨਾ ਹੁੰਦੀ ਤੇ ਮੈਂ ਤੇਰੇ ਹੁਕਮ ਨੂੰ ਨਾ ਮਿੱਠਾ ਕਰਕੇ ਮੰਨਦਾ, ਨਾ ਮੈਂ ਤੇਰੇ ਹੁਕਮ ਨੂੰ ਫੋਲੋ ਕਰਦਾ, ਤੇ ਨਾ ਹੀ ਮੈਂ ਇੰਨੀ ਸ਼ਿੱਦਤ ਨਾਲ ਸਮਰਪਿਤ ਹੋ ਕੇ ਚੱਲਦਾ। ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਦੇ ਨੇ, ਤੇ ਜ਼ਰੂਰੀ ਹੈ ਵੀ ਉਹ ਗੁਰੂ ਨਾਨਕ ਨੂੰ ਪਹਿਲਾਂ ਪਿਆਰ ਦੀ ਦ੍ਰਿਸ਼ਟੀ ਨਾਲ ਵੇਖਣ, ਉਹਨਾਂ ਨਾਲ ਇੱਕ ਰਿਸ਼ਤਾ ਜੋੜਨ। ਬਿਨਾਂ ਰਿਸ਼ਤੇ ਤੋਂ, ਬਿਨਾਂ ਸਾਂਝ ਤੋਂ ਇੰਨੀ ਵੱਡੀ ਕਮਿਟਮੈਂਟ ਨਹੀਂ ਸੀ ਕੀਤੀ ਜਾ ਸਕਦੀ ਕਿ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਮੈਂ ਉਹੀ ਕਰਾਂ। ਸਭ ਤੋਂ ਪਹਿਲਾਂ ਹੈ ਵੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਾਣਦੇ ਕੀ, ਫਿਰ ਉਹਦੇ ਤੇ ਭਰੋਸਾ ਕਰਨਗੇ, ਯਕੀਨ ਕਰਨਗੇ। ਜੇ ਉਹਨਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸੀਅਤ, ਹਜ਼ੂਰ ਦੇ ਵਿਅਕਤੀਤਵ ਨਾਲ, ਮਹਾਰਾਜ ਨਾਲ ਜੇ ਪ੍ਰੇਮ ਦਾ ਮਾਦਾ ਅੰਦਰ ਉਹ ਪੈਦਾ ਨਾ ਕਰਦੇ, ਮੁਹੱਬਤ ਨਾ ਹੁੰਦੀ ਗੁਰੂ ਸਾਹਿਬ ਨਾਲ, ਤੇ ਸਮਰਪਣ ਵੀ ਉਹ ਕਦੇ ਨਾ ਹੁੰਦੇ। ਬੰਦਾ ਇੰਨਾ ਰਿਸਕ ਲੈਂਦਾ ਹੀ ਉੱਥੇ ਹੈ, ਇੰਨੀ ਘਾਲਣਾ ਘਾਲਦਾ ਹੀ ਉਸ ਦੇ ਹੁਕਮ ਦੇ ਉੱਤੇ ਹੈ, ਉਸ ਦੇ ਆਖੇ ਦੇ ਉੱਤੇ ਹੈ, ਜਿੱਥੇ ਉਹਨੂੰ ਪਤਾ ਹੋਵੇ ਵੀ ਵਾਹਿਦ, ਇਸੇ ਨਾਲ ਹੀ ਮੇਰੀ ਇੱਕ ਮੁਹੱਬਤ ਤੇ ਪ੍ਰੇਮ। ਫਿਰ ਉਹ ਸੱਜੇ ਖੱਬੇ ਦੀ ਗੱਲ ਸੁਣਦਾ ਹੀ ਨਹੀਂ। ਲੋਕਾਂ ਕੀ ਆਖਿਆ, ਪਰਿਵਾਰ ਨੇ ਕੀ ਆਖਿਆ, ਕਠਿਨ ਹੁੰਦਾ। ਤੁਹਾਡੇ ਕੋਲ ਐਜੂਕੇਸ਼ਨ ਵੀ ਹੋਵੇ ਤੇ ਤੁਹਾਡੀ ਐਜੂਕੇਸ਼ਨ ਕਰਕੇ ਤੁਹਾਡੀ ਲੋਕ ਰਿਸਪੈਕਟ ਕਰਦੇ ਹੋਣ, ਖਾਸ ਤੌਰ ਤੇ ਉਹੋ ਜਿਹੀ ਸਦੀ ਵਿੱਚ ਜਿੱਥੇ ਪੜ੍ਹਾਈ ਲਿਖਾਈ ਬੜੇ ਰੇਅਰ ਚਾਂਸ ਹੁੰਦੇ ਸਨ ਕਿਸੇ ਨੂੰ ਮਿਲ ਜਾਏ, ਤੇ ਤੁਸੀਂ ਇੱਕ ਐਸਟੈਬਲਿਸ਼ ਬਿਜ਼ਨਸਮੈਨ ਵੀ ਹੋਵੋ, ਵਪਾਰੀ ਵੀ ਹੋਵੋ, ਤੇ ਤੁਹਾਡੀ ਬਰਾਦਰੀ ਵੀ ਚੰਗੀ ਉੱਚੀ ਹੋਵੇ, ਧਰਮ ਦੇ ਖੇਤਰ ਵਿੱਚ ਵੀ ਤੁਹਾਡਾ ਚੰਗਾ ਨਾਂ ਤੇ ਬੋਲਬਾਲਾ ਬਣਿਆ ਹੋਵੇ ਵੀ ਇਹ ਬੰਦਾ ਆਪਣੇ ਪਿਤਾ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦਾ ਆਗੂ ਬਣ ਕੇ, ਉਹਨਾਂ ਦੇ ਜਥਿਆਂ ਦਾ ਮੋਢੀ ਬਣ ਕੇ ਇੰਨੀ ਦੂਰ ਤੱਕ ਲੋਕਾਂ ਨੂੰ ਯਾਤਰਾ ਕਰਾਉਂਦਾ, ਤੇ ਧਾਰਮਿਕ ਤੌਰ ਤੇ ਵੀ ਤੁਹਾਡੀ ਲੁੱਕ ਜਿਹੜੀ ਹੈ, ਤੁਹਾਡਾ ਇਮੇਜ, ਤੁਹਾਡਾ ਪ੍ਰਭਾਵ ਜਿਹੜਾ ਹੈ, ਉਹ ਇੱਕ ਚੰਗੇ ਵਿਅਕਤੀਤਵ ਵਾਲਾ ਹੋਵੇ ਵੀ ਬੰਦਾ ਪੂਰਾ ਧਰਮ ਦੇ ਪ੍ਰਤੀ ਕਮਿਟਡ ਹੈ। ਤੁਸੀਂ ਫੈਮਿਲੀ ਵਾਲੇ ਹੋ, 2 ਪੁੱਤਰ 2 ਧੀਆਂ ਤੁਹਾਡੇ ਘਰ ਨੇ, ਆਗਿਆਕਾਰੀ ਪਤਨੀ ਹੈ, ਚੰਗੇ ਰਿਸ਼ਤੇਦਾਰ ਨੇ, ਸਾਕ ਸੰਬੰਧ ਚੰਗੇ ਘਰਾਂ ਦੇ ਵਿੱਚ ਨੇ, ਸਾਰੀ ਵਪਾਰੀ ਪੜ੍ਹੇ ਲਿਖੇ ਤਬਕੇ ਦੇ ਨਾਲ ਸੰਬੰਧਿਤ ਨੇ। ਇਹੋ ਜਿਹੀ ਹਾਲਤ ਵਿੱਚ ਤੁਸੀਂ ਹੋਵੋ ਤੇ ਤੁਹਾਨੂੰ ਇੱਕ ਜਗ੍ਹਾ ਦੇ ਉੱਤੇ ਜਾ ਕੇ ਖੇਤਾਂ ਚੋਂ ਨਦੀਨ ਦੀ ਪੰਡ ਚੁੱਕਣੀ ਪੈ ਜਾਏ, ਜਦੋਂ ਕਿ ਤੁਹਾਡਾ ਪਹਿਰਾਵਾ ਵੀ ਬਾਕੀਆਂ ਦੇ ਨਾਲੋਂ ਵਧੀਆ ਹੋਵੇ, ਤੇ ਤੁਹਾਨੂੰ ਸਭ ਕੁਝ ਛੱਡ ਕੇ 7 ਸਾਲ ਕਿਸੇ ਦੇ ਦਰ ਦੇ ਉੱਤੇ ਘਾਲਣਾ, ਉਹਦੇ ਹੁਕਮ ਮੁਤਾਬਕ ਉਹ ਸਾਰੇ ਕਾਰਜ ਕਰਨੇ ਪੈਣ ਜਿਹੜੇ ਉਹਨਾਂ ਆਪਣੀ ਲਾਈਫ ਵਿੱਚ ਕਦੇ ਸੋਚੇ ਵੀ ਨਹੀਂ ਸੀ। ਇਹ ਕੰਮ ਵੀ ਮੇਰੇ ਕਰਨ ਗੋਚਰੇ ਨੇ, ਪਰ ਉਹ ਕਿਵੇਂ ਕਰ ਗਏ? ਐਸਾ ਨਹੀਂ ਵੀ ਰਿਸ਼ਤੇਦਾਰਾਂ ਆਖਿਆ ਨਹੀਂ ਹੋਏਗਾ, ਸਮਾਜ ਨੇ ਬੜਾ ਕੁਝ ਕਿਹਾ ਹੋਏਗਾ। ਬਹੁਤ ਲੋਕ, ਸਮਾਜ ਜਿਹੜਾ ਹੈ ਨਾ, ਉਹ ਹਮੇਸ਼ਾ 2 ਧਾਰੀ ਤਲਵਾਰ ਹੈ। ਜੇ 2 ਤੁਹਾਨੂੰ ਚੰਗਾ ਕਹਿਣ ਵਾਲੇ ਹੋਣਗੇ ਤੇ 4 ਤੁਹਾਨੂੰ ਮਾੜਾ ਕਹਿਣ ਵਾਲੇ ਵੀ ਹੋਣਗੇ। ਇਹ ਪੋਸੀਬਲ ਹੈ। ਦੁਨੀਆ 'ਚ ਕੋਈ ਐਸੀ ਸ਼ਖਸੀਅਤ ਅਜ ਤੱਕ ਪੈਦਾ ਨਹੀਂ ਹੋਈ ਜਿਸ ਦੀ ਸਿਫਤ ਕਰਨ ਵਾਲੇ ਤੇ ਜਿਸ ਦੀ ਆਲੋਚਨਾ ਕਰਨ ਵਾਲੇ ਦੋਵੇਂ ਨਾ ਹੋਣ, ਦੋਵੇਂ ਹੀ ਤਰ੍ਹਾਂ ਦੇ ਹੋਣਗੇ। ਤੁਸੀਂ ਇੱਥੋਂ ਅੰਦਾਜ਼ਾ ਲਾਓ ਨਾ, ਜੇ ਕਬੀਰ ਜੀ ਨੂੰ ਲੋਕ ਬੌਰਾ ਕਹਿ ਸਕਦੇ ਨੇ
ਤੇ ਆਮ ਬੰਦੇ ਦੀ ਕੀ ਹੈਸੀਅਤ ਹੈ? ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਨੂੰ ਜੇ ਭੂਤਨਾ ਬੇਤਾਲਾ ਦੁਨੀਆ ਕਹੇ, ਆਮ ਬੰਦੇ ਦੀ ਕੀ ਪੁੱਛ ਪ੍ਰਤੀਤ ਹੈ? ਇਹ ਜਿਹੜੀ ਚੀਜ਼ ਹੈ, ਇਹ ਸੰਸਾਰ ਦਾ ਸੱਚ ਹੈ। ਤੇ ਭਾਈ ਲਹਿਣਾ ਜੀ ਇਹਦੇ ਤੋਂ ਅਵਗਤ ਨੇ, ਜਾਣਕਾਰ ਨੇ, ਸਮਝਦੇ ਨੇ ਇਸ ਗੱਲ ਵੀ ਇਹ ਹੋਏਗਾ, ਇਹ ਪੋਸੀਬਲ ਹੈ। ਇਸ ਕਰਕੇ ਹੁਣ ਉਹ ਜਿਹੜੀ ਕਮਿਟਮੈਂਟ ਉਹਨਾਂ ਦੀ ਹੈ, ਜਾਂ ਜਿਹੜਾ ਪ੍ਰਣ ਹੈ ਉਹਨਾਂ ਦਾ, ਜਿਹੜਾ ਸਮਰਪਣ ਭਾਵ ਹੈ, ਉਹ ਸਭ ਤੋਂ ਪਹਿਲਾਂ ਸੀ ਵੀ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਉਹਨਾਂ ਨੂੰ ਇੰਨੀ ਪਿਆਰੀ ਲੱਗੀ, ਜਿਸ ਉੱਤੇ ਉਹਨਾਂ ਨੇ ਆਪਣਾ ਆਪ ਕੁਰਬਾਨ ਕਰਨ ਤੋਂ ਵੀ ਹਿਚਕਿਚਾਹਟ ਮਨ ਵਿੱਚ ਨਹੀਂ ਰੱਖੀ। ਹੁਕਮ ਨੂੰ ਮੰਨਣਾ ਤੇ ਹੁਕਮ ਨੂੰ ਮੰਨਦੇ ਹੀ ਤੁਰੇ ਜਾਣਾ, ਇਹ ਤਾਂ ਅਗਲਾ ਪੜਾਅ ਸੀ। ਗੱਲ ਮੰਨੀ ਉਹਦੀ ਜਾਂਦੀ ਹੈ ਜਿਸ ਨਾਲ ਤੁਹਾਡਾ ਸਨੇਹ ਹੈ। ਜਿਸ ਪਿਆਰੇ ਸਿਉਨੇ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਸ਼ ਜੀਵਨ। ਮਹਾਰਾਜ ਨੇ ਇਸੇ ਕਰਕੇ ਕਿਹਾ, ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ। ਜਈ ਦਾ ਅਰਥ ਹੈ ਖਿੜਿਆ ਹੋਇਆ, ਨਾਰ ਪਾਣੀ ਨੂੰ ਕਹਿੰਦੇ ਨੇ। ਜਿਵੇਂ ਫੁੱਲ ਉੱਤੇ ਖੇੜਾ ਪਾਣੀ ਨਾਲ ਆਉਂਦਾ, ਕਮਲ ਦਾ ਫੁੱਲ ਵੀ ਪਾਣੀ 'ਚ ਖਿੜਦਾ ਹੈ। ਬਗੀਚੇ ਨੂੰ ਪਾਣੀ ਨਾ ਆਵੇ ਤੇ ਉਹ ਵੀਰਾਨ ਹੋ ਜਾਏ। ਫੁੱਲ ਵਿੱਚ ਜਿਹੜਾ ਰਸ ਹੈ, ਜਿਹੜੀ ਸੁਗੰਧ ਹੈ, ਜਿਹੜੀ ਤਾਜ਼ਗੀ ਹੈ, ਜਿਹੜਾ ਖੇੜਾ ਹੈ, ਸੁੰਦਰ ਰੂਪ ਹੈ ਉਹਦਾ, ਉਹ ਸਭ ਪਾਣੀ ਦੀ ਕਰਾਮਾਤ। ਜੇ ਫੁੱਲ ਦੇ ਖਿੜਾਓ, ਤਾਜ਼ਗੀ, ਸੁਹੱਪਣ, ਰੂਪ ਔਰ ਖੁਸ਼ਬੂ ਦਾ ਆਧਾਰ ਪਾਣੀ ਹੈ, ਇਵੇਂ ਮੇਰੇ ਜੀਵਨ ਦਾ ਆਧਾਰ ਤੇਰਾ ਨਾਮ। ਕਹਿ ਕਬੀਰ ਗੁਲਾਮ ਕਰ ਕਾ। ਕਬੀਰ ਜੀ ਆਖਦੇ ਨੇ ਵੀ ਹੇ ਮੇਰੇ ਮਾਲਕ, ਮੈਂ ਤੇਰੇ ਤੇ ਇਸ ਕਦਰ ਸਮਰਪਿਤ ਹਾਂ ਵੀ ਜਿਵੇਂ ਮੈਂ ਤੇਰੇ ਘਰ ਦਾ ਗੁਲਾਮ ਹਾਂ। ਗੁਲਾਮ ਸ਼ਬਦ ਜਿਹੜਾ ਹੈ, ਉਹ ਗੁਲਾਮੀ ਕਰਨ ਤੋਂ, ਜਿਹੜਾ ਗੁਲਾਮੀ ਕਰੇ। ਪੁਰਾਣੇ ਵਕਤ ਸਨ, ਬੰਦੇ ਨੂੰ, ਬੰਦਿਆਂ ਦੀ, ਅੱਜ ਵੀ ਬੰਦਿਆਂ ਦੀਆਂ ਮੰਡੀਆਂ ਲੱਗਦੀਆਂ, ਥੋੜਾ ਤੌਰ ਤਰੀਕਾ ਬਦਲ ਗਿਆ। ਹੁਣ ਬੰਦਾ ਥੋੜਾ ਜਿਹਾ ਸਲੀਕੇ ਨਾਲ ਵੇਖਦਾ ਹੈ। ਉਹਨਾਂ ਸਮਿਆਂ 'ਚ ਨੱਕ 'ਚ ਨਕੇਲ ਪਾ ਕੇ, ਪੈਰਾਂ 'ਚ ਜੰਜ਼ੀਰ ਪਾ ਕੇ ਉਹਨੂੰ ਮੰਡੀ 'ਚ ਉਵੇਂ ਹੀ ਖਰੀਦਿਆ ਤੇ ਵੇਚਿਆ ਜਾਂਦਾ ਸੀ, ਜਿਵੇਂ ਪਸ਼ੂ, ਸਬਜ਼ੀ ਤੇ ਹੋਰ ਚੀਜ਼ਾਂ ਮੰਡੀ 'ਚ ਵੇਚੀਆਂ ਤੇ ਖਰੀਦੀਆਂ ਜਾਂਦੀਆਂ। ਉਥੋਂ ਜਿਸ ਬੰਦੇ ਨੇ ਦਾਮ ਦੇ ਕੇ, ਪੈਸਾ ਦੇ ਕੇ ਗੁਲਾਮ ਖਰੀਦ ਲਿਆ, ਉਸ ਗੁਲਾਮ ਦੀ ਕੋਈ ਹੈਸੀਅਤ ਥੋੜਾ। ਮਾਲਕ ਨੇ ਕਿਹਾ ਵੀ ਖੂਹ 'ਚ ਛਾਲ ਮਾਰਨੀ ਹੈ ਤੇ ਮਾਰਨੀ ਪਏਗੀ, ਉਹ ਮਾਲਕ ਹੈ, ਉਹਨੇ ਖਰੀਦਿਆ। ਕਬੀਰ ਜੀ ਮਹਾਰਾਜ ਕਹਿੰਦੇ, ਹੈ ਮੇਰੇ ਮਾਲਕ, ਮੈਂ ਖੁਦ ਨੂੰ ਇਵੇਂ ਤੇਰੇ ਸਾਹਮਣੇ ਸਮਰਪਿਤ ਕੀਤਾ, ਮੈਂ ਤੇਰਾ ਗੁਲਾਮ ਹਾਂ। ਜੀ ਆਏ ਭਾਵੇਂ ਮਾਰ ਲੈ ਤੇ ਭਾਵੇਂ ਰੱਖ ਲੈ। ਭਾਵ ਮੈਂ ਆਪਣੇ ਜੀਵਨ ਨੂੰ ਤੇਰੀ ਦਾਤ ਸਮਝਦਾ। ਮੈਂ ਇਸ ਕਦਰ ਤੇਰੇ ਤੇ ਯਕੀਨ ਕਰਦਾ ਵੀ ਤੇਰੀ ਰਜ਼ਾ ਵਿੱਚ ਜੀਵਨ ਵੀ ਤੇ ਮੌਤ ਵੀ, ਦੋਵੇਂ ਚੀਜ਼ਾਂ ਤੇਰੀ ਰਜ਼ਾ 'ਚ ਨੇ। ਜਿੱਥੇ ਰੱਖਾਂ ਬੈਕੁੰਠ ਤੇ ਥਾਈ, ਤੂੰ ਸਭਨਾ ਕੇ ਪ੍ਰਤਪਾਲਾ। ਗਰੀਬ ਨਵਾਜ ਕਿਰਪਾ ਕਰਨ। ਸ਼ਬਦ ਦਾ ਉਪਦੇਸ਼ ਸਾਡੇ ਮਨ ਹਿਰਦਿਆਂ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।